ਜਸਪ੍ਰੀਤ ਵਾਸਤੇ ਸਭ ਨੂੰ ਦੁੱਖ ਹੈ। ਮੇਰੇ ਦੋਸਤ ਦਾ ਲੜਕਾ ਸੀ, ਪੋਤਰਾ ਸੀ, ਪਰ ਅਸੀਂ ਉਹ ਸਰਕਾਰਾਂ ਦੀਆਂ ਸਾਨੂੰ ਵੋਟਾਂ ਮਿਲਦੀਆਂ, ਵੋਟਾਂ ਨਹੀਂ ਮਿਲਦੀਆਂ, ਮਸ਼ੀਨਾਂ 'ਚੋਂ ਨਿਕਲੇ ਜਾਨਵਰ ਹੈ, ਸਰਕਾਰ ਹੈ ਨਹੀਂ ਔਰ ਸਾਡੇ ਤੇ ਜ਼ੁਲਮ ਕਰ ਰਹੇ। 26 ਜਨਵਰੀ ਨੂੰ ਲੋਕਾਂ ਨੇ ਕੀਤਾ, ਸਾਡੀਆਂ ਵੇਖ ਕੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਵੀ ਅਸੀਂ ਇੰਨੇ ਸਵਾਗਤ ਦੇ ਯੋਗ ਸਾਂ, ਪਰ ਉਹ ਆਖਦੇ ਸੀ ਅਸੀਂ ਦੁਖੀ ਬੜੇ ਹਾਂ ਸਰਕਾਰ ਤੋਂ, ਇਹਦੇ ਕਰਕੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਾ ਟੀਵੀ USA ਤੇ 21 ਤਰੀਕ ਨੂੰ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ। ਡੱਬ ਵਾਲੀ ਮੰਡੀ ਦੇ ਨਾਲ ਲੱਗਦੇ ਸੂਬੇ ਖੂਹੀਆਂ ਮਲਕਾਣਾ ਦਾ ਜਿਹੜਾ ਟੋਲ ਪਲਾਜ਼ਾ, ਉੱਥੇ ਵੀਰ ਹੋਣੀ ਬੈਠੇ ਹੈ। ਜਦੋਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਹੋਣ ਲੱਗਾ ਤੇ ਪਹਿਲਾਂ ਹਰਿਆਣੇ ਦੇ ਵਿੱਚ, ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਹਰਿਆਣੇ ਦੇ ਵਿੱਚ ਜਦੋਂ ਅੰਦੋਲਨ ਹਲੇ ਨਹੀਂ ਤੇਜ਼ੀ ਫੜਿਆ ਸੀ ਤੇ ਵੀਰ ਹੋਣੇ ਉਦੋਂ ਦੇ ਪੰਜਾਬ ਦੇ ਨਾਲ ਤੁਰੇ ਨੇ ਤੇ ਵੀਰ ਹੋਣਿਆਂ ਦੇ ਪਰਚੇ ਵੀ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਨੇ ਪਾਏ। ਸੋ ਗੱਲਬਾਤ ਕਰਦੇ ਹਾਂ ਬਾਈ ਹੋਰਾਂ ਨਾਲ ਵੀ ਕੀ ਇਹਨਾਂ ਦੇ ਐਫਰਟ ਲੱਗ ਰਹੇ ਨੇ ਹੁਣ ਜਿਹੜਾ ਇਹ ਮਹਾਪੰਚਾਇਤ ਕਰਾਉਣ ਜਾ ਰਹੇ ਨੇ। ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਟੀਵੀ ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਸਾਰੀ ਟੀਮ ਦਾ ਤੁਹਾਡੀ ਦਾ ਬਹੁਤ ਬਹੁਤ ਧੰਨਵਾਦ, ਸਾਡੇ ਵੱਲੋਂ ਵੀ, ਹਰਿਆਣਾ ਕਿਸਾਨ ਏਕਤਾ ਡੱਬ ਵਾਲੀ ਦੀ ਟੀਮ ਵੱਲੋਂ ਜੀ। ਮੈਂ ਗੁਰਪ੍ਰੇਮ ਸਿੰਘ ਦੇਸੂ ਯੋਧਾ, ਜੋ ਕਿ 28 ਅਕਤੂਬਰ ਤੋਂ ਅਸੀਂ ਖੂਹੀਆਂ ਟੋਲ ਪਲਾਜ਼ੇ 'ਤੇ ਜੋ ਧਰਨਾ ਚੱਲ ਰਿਹਾ ਸਾਡਾ, ਅਤੇ ਉੱਥੇ ਅਸੀਂ ਸਾਰੇ ਹੀ ਦਿੱਲੀ ਦੇ ਵਿੱਚ ਜਾਣ ਵਾਲੀ ਸੰਗਤ ਜਿਹੜੀ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਆਉਂਦੀ ਹੈ, ਅਸੀਂ ਉਹਨਾਂ ਨੂੰ ਲੰਗਰ ਪਾਣੀ ਛਕਾ ਕੇ ਅੱਗੇ ਦਿੱਲੀ ਵੱਲ ਤੋਰਦੇ ਹਾਂ। ਅਤੇ ਜੋ ਵੀ ਕੋਈ ਸੰਯੁਕਤ ਮੋਰਚੇ ਦੀ ਉੱਥੋਂ ਕਾਲ ਆਉਂਦੀ ਹੈ, ਜੋ ਵੀ ਫੈਸਲਾ ਆਉਂਦਾ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਹਾਂ। ਅਤੇ ਹੁਣ 21 ਤਰੀਕ ਨੂੰ ਖੂਹੀਆਂ ਟੋਲ ਪਲਾਜ਼ੇ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਅਸੀਂ, ਅਤੇ ਇੱਕ ਮਹਾਪੰਚਾਇਤ ਕਰਨ ਜਾ ਰਹੇ ਹਾਂ। ਸਾਰੇ ਸਰਸੇ ਜ਼ਿਲ੍ਹੇ ਦੇ ਸੰਗਠਨ ਰਲ ਮਿਲ ਕੇ ਅਸੀਂ ਇਹ ਮਹਾਪੰਚਾਇਤ ਕਰ ਰਹੇ ਹਾਂ, ਅਤੇ ਉਹਦੇ ਲਈ ਅਸੀਂ 10 ਟੀਮਾਂ ਬਣਾ ਕੇ ਅੱਡੋ ਅੱਡੀ ਪਿੰਡਾਂ ਦੇ ਵਿੱਚ ਪ੍ਰਚਾਰ 'ਤੇ ਲੱਗੀਆਂ। ਸਾਡਾ ਅੱਜ 10 ਦਿਨ ਹੋ ਗਏ ਟੀਮਾਂ ਨੂੰ ਵਰਕ ਕਰਦਿਆਂ ਨੂੰ, ਅਤੇ ਬੜਾ ਵਧੀਆ ਚੰਗਾ ਹੁੰਗਾਰਾ ਮਿਲਦਾ ਹੈ ਸਾਰੇ ਪਿੰਡਾਂ ਦੇ ਵਿੱਚੋਂ। ਅਤੇ ਅਸੀਂ ਤੁਹਾਡੇ ਮਾਧਿਅਮ ਦੇ ਅਪੀਲ ਕਰਦੇ ਹਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਕਿ 21 ਤਰੀਕ ਨੂੰ 10 ਵਜੇ ਖੂਹੀਆਂ ਟੋਲ ਪਲਾਜ਼ੇ 'ਤੇ ਪਹੁੰਚ ਕੇ ਮਹਾਪੰਚਾਇਤ ਦੇ ਵਿੱਚ ਸਾਰੇ ਵੀਰਾਂ ਨੇ ਸ਼ਾਮਲ ਹੋਣਾ ਜੀ। ਬਈ ਪੰਗੂ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਉਦੋਂ ਤੋਂ ਇੱਥੇ ਬੈਠੇ ਹੋ ਜਦੋਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ। ਹਰਿਆਣੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਸੰਘਰਸ਼ ਦਾ ਨਾਮ ਹੈ ਨਹੀਂ ਸੀਗਾ, ਕਿਤੇ ਕਿਤੇ ਚੰਦੂਣੀ ਸਾਹਿਬ ਕਰਦੇ ਸੀਗੇ ਰੈਲੀ। ਕਿਵੇਂ ਵੇਖਦੇ ਹੋ ਤੁਹਾਡਾ ਤੇ ਪੰਜਾਬ ਦੇ ਨਾਲ ਚੱਲਣਾ, ਤੇ ਉਦੋਂ ਫਿਰ ਤੁਹਾਡੇ ਤੇ ਪਰਚੇ ਵੀ ਪਏ, ਸਰਕਾਰ ਨੇ ਤੁਹਾਨੂੰ ਜੇਲ੍ਹ 'ਚ ਵੀ ਡੱਕਿਆ, ਕਿਵੇਂ ਹੋਇਆ ਸਾਰਾ ਕੁਝ? ਵੇਖੋ ਜੀ, 26 ਤਰੀਕ ਨੂੰ ਜੋ ਪੰਜਾਬ ਨੇ ਬਾਰਡਰ ਟੱਪ ਕੇ ਦਿੱਲੀ ਵੱਲ ਜਾਣਾ ਸੀ, ਉਹਦੇ ਵਿੱਚ ਸਾਨੂੰ ਇਹ ਲੱਗਿਆ ਕਿ ਸਾਡੇ ਏਰੀਏ ਦੇ ਵਿੱਚ ਦੀ ਲੰਘ ਕੇ ਜਾਣਾ ਉਹਨੇ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੁਛ ਕਰਕੇ ਦਿਖਾਈਏ। ਅਸੀਂ ਲੰਗਰ ਪਾਣੀ ਦੀ ਵਿਵਸਥਾ ਕਰਕੇ ਦਿੱਤੀ ਡੱਬ ਵਾਲੀ ਬਾਰਡਰ 'ਤੇ, ਅਤੇ ਬਾਰਡਰ ਤੋੜ ਕੇ ਉਹਨਾਂ ਨੂੰ ਟਪਾਉਣ ਦੇ ਵਿੱਚ ਵੀ ਅਸੀਂ ਸਫਲ ਰਹੇ। ਸਾਡੇ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਉਸ ਤੋਂ ਬਾਅਦ ਸਾਨੂੰ ਇਹ ਜਜ਼ਬਾ ਹੋਇਆ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਕਿ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਯੋਗਦਾਨ ਪਾਈਏ ਸੰਘਰਸ਼ ਦੇ ਵਿੱਚ। ਅਤੇ ਹੌਲੀ ਹੌਲੀ ਵੱਧਦੀ ਟੀਮ ਅੱਜ ਸਾਡੀ 70-72 ਪਿੰਡਾਂ ਦੀ ਟੀਮ ਹੈ। ਬਹੁਤ ਵੱਡਾ ਸੰਗਠਨ ਤਿਆਰ ਹੋਇਆ, ਅਤੇ ਜਿਵੇਂ ਪੰਜਾਬ ਨੂੰ ਵੇਖ ਕੇ ਅਸੀਂ ਲੱਗੇ ਸੀ, ਅਤੇ ਅਸੀਂ ਅੱਗੇ ਵੀ ਇਹੀ ਕੋਸ਼ਿਸ਼ ਕਰਾਂਗੇ, ਜਿਵੇਂ ਪੰਜਾਬ ਦੇ ਸੰਗਠਨ ਬਹੁਤ ਵੱਡੇ ਹੋਏ ਹੈ, ਅਸੀਂ ਵੀ ਕਾਮਯਾਬ ਹੋਈਏ ਅਤੇ ਸੰਗਠਨ ਮੁਆਵਜ਼ੇ ਨੂੰ ਬਹੁਤ ਵੱਡਾ ਕਰੀਏ। ਅੱਛਾ ਬਾਈ ਜੀ, ਹੁਣ ਜਿਹੜਾ 21 ਤਰੀਕ ਨੂੰ ਮਹਾਪੰਚਾਇਤ ਹੋ ਰਹੀ ਹੈ ਖੂਹੀਆਂ ਮਲਕਾਣਾ, ਉਹਦੇ ਵਿੱਚ ਕਿਹੜੇ ਕਿਹੜੇ ਕਿਸਾਨ ਲੀਡਰ ਆ ਰਹੇ ਨੇ ਅਤੇ ਕਿਹੜੇ ਕਿਹੜੇ ਗਾਇਕ ਜਾਂ ਫਿਰ ਹੋਰ ਜਿਹੜੇ ਸੋਸ਼ਲ ਬੰਦੇ ਨੇ ਜਾਂ ਬੁੱਧੀਜੀਵੀ ਨੇ, ਉਹ ਕਿਹੜੇ ਕਿਹੜੇ ਆ ਰਹੇ ਨੇ? ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ, ਬਲਦੇਵ ਸਿੰਘ ਸਿਰਸਾ, ਗੁਰਨਾਮ ਸਿੰਘ ਚਡੂਨੀ, ਅਭਿਮਨਿਊ ਕਹਾੜ ਜੀ, ਅਤੇ ਉੱਘੇ ਪੰਜਾਬੀ ਗਾਇਕ ਸੋਨੀ ਮਾਨ, ਰੁਪਿੰਦਰ ਹਾਂਡਾ, ਅਤੇ ਆਪਣੇ ਕਨਵਰ ਗਰੇਵਾਲ, ਅਤੇ ਇੱਕ ਜਸ ਬਾਜਵਾ, ਅਤੇ ਹੋਰ ਵੀ ਕੁਛ ਉੱਘੇ ਗਾਇਕ ਆ ਰਹੇ ਨੇ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਇਲਾਕੇ ਨੂੰ ਇੱਕ ਵਾਰ ਤੋਂ ਫਿਰ ਅਪੀਲ ਕਰਦੇ ਹਾਂ ਕਿ 21 ਤਰੀਕ ਨੂੰ ਖੂਹੀਆਂ ਟੋਲ ਪਲਾਜ਼ੇ 'ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਮਹਾਪੰਚਾਇਤ ਨੂੰ ਕਾਮਯਾਬ ਬਣਾਉਣਾ। ਬਾਈ ਜੀ, ਜਿਹੜੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ, ਇਹਦੇ ਵਾਸਤੇ ਕੋਈ ਸਰਕਾਰ ਦੇ ਵੱਲੋਂ ਤੁਹਾਡੇ 'ਤੇ ਕੋਈ ਦਬਾਅ ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਪਾਇਆ ਗਿਆ ਹੋਵੇ ਵੀ ਉਹ ਨਾ ਪਾ ਸਕਣ? ਨਹੀਂ ਜੀ, ਬਿਲਕੁਲ ਨਹੀਂ, ਸਾਡੇ 'ਤੇ ਕੋਈ ਹਜੇ ਪ੍ਰੈਸ਼ਰ ਨਹੀਂ, ਨਾ ਹੀ ਕਿਸੇ ਸਰਕਾਰ ਦਾ ਕੋਈ ਮੈਸੇਜ ਆਇਆ। ਠੀਕ ਹੈ, CID ਨੇ ਸਾਨੂੰ ਪੁੱਛਿਆ ਵੀ ਕਿਵੇਂ ਕਰੋਗੇ, ਉਹਨਾਂ ਨੂੰ ਅਸੀਂ ਦੱਸਤਾ ਟੈਂਟ ਵਗੈਰਾ ਲੱਗੀ ਜਾਂਦੇ, ਤੁਸੀਂ ਵੇਖ ਕੇ ਆਏ ਹੋ, ਸਾਰਾ ਪ੍ਰਬੰਧ ਸਾਡਾ ਜ਼ੋਰਾਂ ਸ਼ੋਰਾਂ 'ਤੇ ਹੈ। ਸਰਕਾਰ ਜੇ ਕੋਈ ਪ੍ਰੈਸ਼ਰ ਪਾਊਗੀ ਵੀ ਤਾਂ ਅਸੀਂ ਨਾ ਹੀ ਪ੍ਰੈਸ਼ਰ ਉਹਦਾ ਕੋਈ ਮੰਨੀਏ, ਵਧੀਆ ਤਰੀਕੇ ਨਾਲ, ਚੰਗੇ ਤਰੀਕੇ ਨਾਲ ਇਹ ਮਹਾਪੰਚਾਇਤ ਕਰਾਂਗੇ ਜੀ। ਅੱਛਾ ਬਾਈ ਜੀ, ਇੱਕ ਹਰਿਆਣਾ ਸਰਕਾਰ ਨੇ ਨਵਾਂ ਕਾਨੂੰਨ ਲੈ ਕੇ ਆਈ ਹੈ ਵੀ ਜਿਹੜੇ ਪ੍ਰਦਰਸ਼ਨ ਕਰਦੇ ਨੇ, ਜੇ ਉਹ ਕਿਸੇ ਵੀ ਤਰ੍ਹਾਂ ਦੀ ਤੋੜ ਫੋੜ ਕਰਦੇ ਹੈ ਜਾਂ ਫਿਰ ਕੁਛ ਹੋਰ ਕਰਦੇ ਹੈ, ਜਿੱਦਾਂ ਅਸੀਂ ਬਾਰਡਰ ਟੱਪ ਕੇ ਗਏ ਹਾਂ ਤਾਂ ਉਹਨਾਂ ਦੇ ਅਸੀਂ ਬੈਰੀਗੇਡ ਤੋੜੇ ਨੇ, ਤਾਂ ਉਹ ਵੀ ਤੋੜ ਭੰਨ ਚਾਹੁੰਦਾ। ਜੇ ਇਹੋ ਜਿਹਾ ਕੁਛ ਕਰਦੇ ਹੈ
ਤਾਂ ਜਿਹੜੇ ਅੰਦੋਲਨਕਾਰੀ ਹੋਣਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਊਗੀ। ਤੇ ਜੇ ਉਹ ਕੋਰਟ ਜਾਣਾ ਚਾਹੁੰਦੇ ਆ ਤਾਂ 20% ਪਹਿਲਾਂ ਜਿੰਨੀ ਉਹ ਰਕਮ ਲਾਉਣਗੇ ਉਹਦਾ 20% ਪਹਿਲਾਂ ਉਹਨਾਂ ਨੂੰ ਦੇਣਾ ਪਊਗਾ ਸਰਕਾਰ ਨੂੰ, ਫਿਰ ਤੁਸੀਂ ਕੋਰਟ ਜਾ ਸਕਦੇ ਹੋ। ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਜਿਹੜੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਇਹ ਜਿਹੜੇ ਕਾਨੂੰਨ ਆ ਰਹੇ ਇਹਨਾਂ ਦੇ ਕਰਕੇ ਆ ਰਹੇ? ਕਾਨੂੰਨ ਵੇਖੋ ਜੀ, ਜਿਹੜਾ ਕਿਸਾਨ ਆ, ਕਿਸਾਨ ਤੇ ਜਿਹੜੇ ਕਾਨੂੰਨ ਸਰਕਾਰ ਬਣਾਉਂਦੀ ਹੈ ਉਹ ਨਾ ਤਾਂ ਕਿਸਾਨ ਨੂੰ ਪੁੱਛ ਕੇ ਬਣਾਉਂਦੀ ਹੈ, ਕਿਸਾਨ ਤੇ ਤਾਂ ਥੋਪੇ ਜਾਂਦੇ ਆ। ਪਰ ਅਸੀਂ ਸਰਕਾਰ ਦੇ ਕਿਸੇ ਕਾਨੂੰਨ ਦੀ ਕੋਈ ਪਰਵਾਹ ਨਹੀਂ ਕਰਦੇ। ਪਹਿਲੀ ਗੱਲ ਤਾਂ ਸਾਡਾ ਜਿਹੜਾ ਪ੍ਰੋਟੈਸਟ ਕਿਤੇ ਵੀ ਕੋਈ ਚੱਲਦਾ ਸ਼ਾਂਤਮਈ ਤਰੀਕੇ ਨਾਲ ਚੱਲਦਾ ਹੈ। ਦਿੱਲੀ ਅਸੀਂ ਬੈਠੇ ਹਾਂ, ਅਸੀਂ ਸ਼ਾਂਤਮਈ ਢੰਗ ਨਾਲ ਬੈਠੇ ਹਾਂ, ਤਾਂ ਹੀ ਅਸੀਂ ਇੰਨੇ ਟਾਈਮ ਲੰਮੇ ਸਮੇਂ ਤੋਂ ਬੈਠੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ, ਕੋਈ ਵੀ ਪ੍ਰੋਟੈਸਟ ਕਰਾਂਗੇ, ਕਿਤੇ ਵੀ ਕੋਈ ਧਰਨਾ ਪ੍ਰਦਰਸ਼ਨ ਕਰਾਂਗੇ, ਅਸੀਂ ਨਾ ਕੋਈ ਤੋੜ ਭੰਨ ਕਰਨੀ ਹੈ, ਅਸੀਂ ਸ਼ਾਂਤਮਈ ਤਰੀਕੇ ਨਾਲ ਕਰਨੀ ਹੈ। ਬਾਕੀ ਸਰਕਾਰ ਤਾਂ ਆਪਦੇ ਕਾਨੂੰਨ ਬਣਾਉਂਦੀ ਰਹਿੰਦੀ ਹੈ, ਪਰ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਅੱਛਾ ਬਾਈ ਜੀ, ਤੁਹਾਡੇ ਤੇ ਜਿਹੜਾ ਸਰਸੇ ਜੇਲ੍ਹ ਦੇ ਵਿੱਚ ਤੁਹਾਨੂੰ ਡੱਕਿਆ ਗਿਆ, ਤੁਹਾਡੇ ਤੇ ਪਰਚਾ ਹੋਇਆ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਉਸ ਰਾਤ ਨੂੰ ਅਸਲ ਦੇ ਵਿੱਚ ਹੋਇਆ ਕੀ ਸੀ ਤੇ ਉਸ ਤੋਂ ਬਾਅਦ ਹੁਣ ਕੀ ਕੇਸ ਦਾ ਚੱਲ ਰਿਹਾ? ਉਹ 26 ਤਰੀਕ ਨੂੰ ਇੱਥੋਂ ਜਿਹੜੇ ਪੰਜਾਬ ਵਾਲੇ ਵੀਰ ਸੀ ਸਾਡੇ, ਉਹਨਾਂ ਨੂੰ ਨਗਾਉਣ ਵਾਸਤੇ ਸਾਨੂੰ ਚੱਕਿਆ ਗਿਆ ਸੀ 23 ਤਰੀਕ ਨੂੰ ਸ਼ਾਮ ਨੂੰ, ਤੇ 27 ਤਰੀਕ ਨੂੰ ਸ਼ਾਮ ਨੂੰ ਸਾਨੂੰ ਛੱਡਿਆ ਗਿਆ। ਤੇ ਪਰਚੇ ਉਹਦੇ ਹਜੇ ਤੀ ਉਹਦਾ ਪਰਚਾ ਚੱਲੀ ਜਾਂਦਾ। 751 ਦੇ ਵਿੱਚ ਜਵਾਨਤਾਂ ਸਾਡੀਆਂ ਹੋ ਗਈਆਂ ਸੀ, ਕੇਸ ਉਹਦਾ ਚੱਲੀ ਜਾਂਦਾ, ਪੈਂਡਿੰਗ ਹੈ, ਡੇਟ ਪਈ ਜਾਂਦੀ ਹੈ, ਡੇਟ ਤੇ ਜਾਂਦੇ ਹਾਂ ਜੀ ਅਸੀਂ। ਉਹਦੇ 'ਚ ਕੋਈ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਗਈ? ਨਹੀਂ, ਕੁੱਟਮਾਰ ਨਹੀਂ। ਜਦੋਂ ਅਸੀਂ ਸਾਨੂੰ ਚੜਾਉਣ ਲੱਗਿਆ ਉਦੋਂ ਬਿਲਕੁਲ ਜ਼ਰੂਰ ਹੋਇਆ, ਥੋੜਾ ਹੱਥਾਪਾਈ ਹੋਈ ਹੈ ਪੁਲਿਸ ਨਾਲ, ਉਸ ਤੇ ਉਦੋਂ ਜਾ ਕੇ ਅੱਗੇ ਸਾਡੇ ਨਾਲ ਕੋਈ ਕੁੱਟਮਾਰ ਨਹੀਂ। ਸੋ ਦੋਸਤੋ, ਸਾਡੇ ਨਾਲ ਪੰਗੂ ਸਾਹਿਬ ਸੀ ਜਿਨ੍ਹਾਂ ਨੇ ਕਿਸਾਨ ਮਹਾਪੰਚਾਇਤ ਦਾ ਜਿਹੜਾ ਸੱਦਾ ਹੈ ਲੋਕਾਂ ਨੂੰ ਦਿੱਤਾ ਹੈ ਤੇ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਜਾਂ ਜਿਹੜੇ ਹੋਰ ਨੌਜਵਾਨ ਨੇ ਜਾਂ ਜਿਹੜੇ ਆੜ੍ਹਤੀਏ ਨੇ, ਇਹ ਹਰ ਵਰਗ ਨਾਲ ਹੁਣ ਮਿਲ ਕੇ ਗੱਲ ਕਰ ਰਹੇ ਆ ਤੇ ਇਹ ਅਪੀਲ ਵੀ ਕਰ ਰਹੇ ਆ ਕਿ ਲੋਕ ਵੱਡੀ ਤਾਦਾਦ ਦੇ ਵਿੱਚ ਆ ਕੇ ਮਹਾਪੰਚਾਇਤ ਨੂੰ ਸਫਲਾ ਕਰਨ। ਦੋਸਤੋ, ਸਾਡੇ ਨਾਲ ਮੌਜੂਦ ਨੇ ਜਸਵੀਰ ਸਿੰਘ ਪਾਟੀ ਜੀ। ਪਾਟੀ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੀ ਟੀਵੀ ਤੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਾਟੀ ਸਾਹਿਬ, ਜਿਹੜਾ ਹੁਣ ਜਿਹੜੇ ਕਾਨੂੰਨ ਨੇ ਇਹ ਇਹਨਾਂ ਦੀ ਉਪਜ ਹੈ ਨਹੀਂ ਸਰਕਾਰ ਦੀ, ਸਰਕਾਰ 'ਤੇ ਵੀ ਪਿੱਛੋਂ ਪ੍ਰੈਸ਼ਰ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕੇਰਾਂ ਅਸੀਂ ਜੇ ਵਾਪਸ ਕਰਵਾ ਵੀ ਦਿੰਦੇ ਆ, ਵਾਪਸ ਹੋ ਵੀ ਜਾਂਦੇ ਆ, ਤਾਂ ਕੀ ਦੁਬਾਰੇ ਸਰਕਾਰ ਕੋਸ਼ਿਸ਼ ਨਾ ਕਰੂਗੀ? ਕਿਉਂਕਿ ਵਰਲਡ ਬੈਂਕ ਇਹਨਾਂ ਨੂੰ ਲੋਨ ਨਹੀਂ ਦਿੰਦਾ ਜੇ ਇਹੋ ਜਿਹੇ ਕਾਨੂੰਨ ਨਹੀਂ ਲੈ ਕੇ ਆਉਂਦੇ। ਤਾਂ ਕੀ ਲੱਗਦਾ ਤੁਹਾਨੂੰ? ਕਿਸੇ ਦਾ ਦਬਾਅ ਨਹੀਂ ਸਰਕਾਰ ਤੇ। ਸਰਕਾਰਾਂ ਇਦੋਂ ਪਹਿਲਾਂ ਵੀ ਆਈਆਂ, ਜੇ ਕਾਨੂੰਨ 2003 ਚ ਬਣੇ ਆ ਤੇ ਉਦੋਂ ਵੀ ਸਰਕਾਰ ਇਹਨਾਂ ਦੀ ਸੀ। ਜਿਹੜੀ 70 ਸਾਲ ਸਰਕਾਰ ਇਹਦੇ ਰਹਿ ਗਈ, ਉਹਨਾਂ ਨੇ ਕੁਝ ਨਹੀਂ ਕੀਤਾ ਤੇ ਇਹਨਾਂ ਨੇ ਇਹੀ ਕੁਝ ਕੀਤਾ। ਫਿਰ ਇਹਨਾਂ ਜਦੋਂ 2014 ਦੇ ਵਿੱਚ ਆਉਂਦੇ ਆ, 2003 ਤੋਂ ਬਾਅਦ, ਉਦੋਂ ਹੀ ਵਾਅਦਾ ਕਰਦੇ ਆ। ਮੋਦੀ ਜੀ 400 ਸਟੇਜਾਂ ਦੇ ਉੱਤੇ ਬੋਲਿਆ, ਮੈਂ ਡਾਕਟਰ ਸਵਾਮੀਨਾਥਨ ਯੋਗ ਦੀ ਰਿਪੋਰਟ ਨੂੰ ਲਾਗੂ ਕਰੂੰਗਾ, ਕਿਸਾਨ ਨੂੰ ਕਰਜ਼ ਮੁਕਤ ਕਰੂੰਗਾ, ਫਸਲਾਂ ਦੇ ਭਾਵ C2+50 ਨਾਲ ਦੇਊਂਗਾ। ਕਿੱਥੇ ਹੈ? ਇਹ ਕਾਨੂੰਨ ਲਿਆਉਣ ਦੀ ਜ਼ਰੂਰਤ ਕੀ ਸੀ? ਜੋ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਪਹਿਲਾਂ ਉਹ ਪੂਰੇ ਕਰਦਾ, ਫਿਰ ਕਾਨੂੰਨ ਲਿਆਵੇ। ਵਰਲਡ ਬੈਂਕ ਕਿਉਂ ਨਹੀਂ ਦਿੰਦਾ? ਅਮਰੀਕਾ ਆਪਦੇ ਲੋਕਾਂ ਨੂੰ, ਆਪਦੇ ਕਿਸਾਨਾਂ ਨੂੰ 130 ਲੱਖ ਕਰੋੜ ਰੁਪਏ ਦੀ ਸਬਸਿਡੀ ਦੇ ਰਿਹਾ, ਭਾਰਤ ਨੂੰ ਕੀ ਹੋਇਆ? ਕਿਉਂ ਨਹੀਂ ਦੇ ਰਿਹਾ? ਜਦੋਂ ਇਹ ਪੂੰਜੀਵਾਦ ਨੂੰ ਪੈਸਾ ਦਿੰਦੇ ਆ, ਉਹ ਪੈਸਾ ਕਿੱਥੋਂ ਆਉਂਦਾ ਹੈ? 17 ਲੱਖ ਕਰੋੜ ਰੁਪਇਆ ਪਿਛਲੇ ਸਾਲਾਂ 'ਚ ਮਾਫ ਕਰ ਚੁੱਕਿਆ ਉਹਨਾਂ ਦਾ, ਹੁਣ ਵੀ ਮਾਫੀਆਂ ਦੇਈ ਜਾਂਦੇ ਆ। ਫਿਰ ਉਹਨਾਂ ਦੇ ਟੈਕਸ ਮਾਫ ਕਰੀ ਜਾਂਦੇ ਆ। 50 ਲੱਖ ਮੀਟ੍ਰਿਕ ਟਨ ਕਣਕ 2016 ਦੇ ਵਿੱਚ ਇਹਨਾਂ ਨੇ ਮੰਗਵਾਈ ਹੈ, ਔਰ ਮੰਗਵਾਈ ਕਿਤੋਂ ਹੈ? ਅਡਾਨੀ ਅਰਬਾਨੀ ਤੋਂ। ਔਰ ਉਹਨਾਂ ਨੂੰ ਕਿੰਨਾ ਮਾਫ ਕੀਤਾ ਹੈ ਉਸ ਦਾ ਜੇ ਹਿਸਾਬ ਲਾਇਆ ਜਾਵੇ, ਟੋਟਲ ਦਾ ਟੋਟਲ 0% ਜਿਹੜਾ ਉਹਨਾਂ ਦਾ ਆਯਾਤ ਸ਼ੁਲਕ ਮਾਫ ਕਰਕੇ ਫਿਰ। ਅੱਛਾ ਪਾਟੀ ਸਾਹਿਬ, ਜਿਹੜਾ ਹੁਣ ਜਦੋਂ ਸਾਡਾ ਸੰਘਰਸ਼ ਚੱਲਿਆ ਤਾਂ ਜਿਹੜਾ ਵੱਡਾ ਪੱਖ ਸੀ ਝੋਨੇ ਦਾ, ਝੋਨਾ ਬਾਹਰਲੀਆਂ ਮੰਡੀਆਂ 'ਚੋਂ ਇੱਥੇ ਵਿਕਦਾ ਸੀ ਪੰਜਾਬ ਦੇ, ਹਰਿਆਣੇ ਦੇ, ਤੇ ਲੋਕ ਬਹੁਤ ਸਾਰੇ ਟਰੱਕ ਫੜੇ ਵੀ ਗਏ। ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ, ਸਰਕਾਰ ਦੀ ਕਿੱਡੀ ਕੁ ਵੱਡੀ ਚਾਲ ਸੀਗੀ ਕਿ ਸਾਡਾ ਝੋਨਾ ਨਾ ਵਿਕੇ? ਜਦੋਂ ਬਾਹਰੋਂ ਲਿਆ ਕੇ ਅਸੀਂ ਇੱਥੇ ਮੰਡੀ 'ਚ ਪੂਰਾ ਕਰਤਾ ਤਾਂ ਫਿਰ ਸਾਡਾ ਝੋਨਾ ਤਾਂ ਨਹੀਂ ਵਿਕਣਾ ਨਾ। ਉਹ 'ਚ ਕਿੱਡੀ ਕੁ ਵੱਡੀ ਸਰਕਾਰ ਦੀ ਚਾਲ? ਇਹ ਸਰਕਾਰ ਦੀਆਂ ਚਾਲਾਂ ਪਹਿਲਾਂ ਸਰਕਾਰਾਂ ਵੀ ਸਾਨੂੰ ਫੇਲ ਕਰਦੀਆਂ ਆਈਆਂ, ਇਹ ਵੀ ਬਹੁਤ ਵੱਡੀ ਚਾਲ ਹੈ। ਇੱਕ ਉਸ ਦਾ ਅਸਰ ਸਿੱਧਾ ਪਾ ਰਹੇ ਹੈ MSP 'ਤੇ। MSP ਜਿਹੜਾ ਗਰੰਟੀ ਕਾਨੂੰਨ ਅਸੀਂ ਮੰਗ ਰੱਖੀ ਹੈ, ਉਸ ਦਾ ਬਹੁਤ ਵੱਡਾ ਲਾਭ ਕਿਸਾਨਾਂ ਨੂੰ ਮਿਲਣ ਵਾਲਾ ਹੈ। MSP ਗਰੰਟੀ ਕਾਨੂੰਨ ਅਗਰ ਬਣ ਜਾਂਦਾ ਹੈ ਤੇ ਅਸੀਂ ਹਜੇ ਵੀ ਕੀ ਮੰਗ ਰਹੇ ਹਾਂ, ਕਿਸਾਨ ਅੱਜ ਵੀ ਕੀ ਮੰਗ ਰਿਹਾ ਹੈ? 50 ਸਾਲ ਦੀ ਲੜਾਈ ਤੋਂ ਬਾਅਦ ਵੀ ਅਸੀਂ ਘੱਟੋ ਘੱਟ ਸਮਰਥਨ ਮੁੱਲ ਮੰਗ ਰਹੇ ਹਾਂ। ਫਿਰ ਵੀ ਸਰਕਾਰ ਦੇਣ ਨੂੰ ਤਿਆਰ ਨਹੀਂ ਕਿਸੇ ਚੀਜ਼ ਦਾ। ਕੋਈ ਵੀ ਸਰਕਾਰ ਦਾ ਨੁਮਾਇੰਦਾ, ਕੋਈ ਵੀ ਸਰਕਾਰ ਦਾ MLA MP ਕਰਮਚਾਰੀ ਘੱਟੋ ਘੱਟ ਤਨਖਾਹ 'ਤੇ ਕੰਮ ਕਰਕੇ ਦਿਖਾਵੇ। ਤੇ ਕਿਸਾਨ ਤੋਂ ਘੱਟ ਕਿਉਂ ਖਰੀਦਿਆ ਜਾਂਦਾ ਹੈ? ਕਿਸਾਨ ਤੋਂ ਜਾਣਬੁੱਝ ਕੇ ਉਸ ਨੂੰ ਖਤਮ ਕਰਨ ਵਾਸਤੇ ਔਰ ਪੂੰਜੀਵਾਦ ਦਾ ਗੁਲਾਮ ਬਣਾਉਣ ਵਾਸਤੇ ਇਸ ਸਰਕਾਰ ਨੇ ਐਡੀਆਂ ਸਖਤ ਨੀਤੀਆਂ ਕਰਤੀਆਂ, ਜਿਹੜੇ ਤਿੰਨੇ ਕਾਨੂੰਨ ਕਾਲੇ ਲੈ ਕੇ ਆਏ ਆ।
ਔਰ ਜਿਹੜੀਆਂ ਐਮਐਸਪੀ ਕਾਨੂੰਨ ਤੋਂ ਭੱਜ ਰਹੇ, ਇਹ ਬਿਲਕੁਲ ਗਲਤ ਹੈ। 2056 ਤੋਂ ਸਰਕਾਰਾਂ ਸਾਡੇ ਮਗਰ ਲੱਗੀਆਂ, ਸਾਨੂੰ ਲੁੱਟਣ ਤੇ ਖੋਹਣ ਤੇ ਲੱਗੀਆਂ। ਅਸੀਂ ਐਵੇਂ ਨਹੀਂ ਕਿਸਾਨ ਜਾ ਕੇ ਬੈਠਾ, ਦੁਰਦਸ਼ਾ ਕਿਸਾਨ ਦੀ ਹੋਈ ਹੈ ਤੋਂ ਜਾ ਕੇ ਦਿੱਲੀ ਦੇ ਬਾਰਡਰਾਂ ਤੇ ਅੱਜ ਬੱਚਾ ਦੁਖੀ ਹੈ ਤਾਂ ਜਾ ਕੇ ਬੈਠਾ। ਅੱਛਾ ਪਾਟੀ ਸਾਹਿਬ, ਜਿਹੜਾ ਐਮਐਸਪੀ ਪਹਿਲਾਂ ਵੀ, ਇਸ ਤੋਂ ਪਹਿਲਾਂ ਐਮਐਸਪੀ ਤੇ ਸਾਡੀਆਂ ਫਸਲਾਂ ਵਿਕਦੀਆਂ ਸੀਗੀਆਂ, ਮੰਦਾ ਹਾਲ ਕਿਸਾਨ ਦਾ ਉਦੋਂ ਵੀ ਸੀ। ਜੇ ਐਮਐਸਪੀ ਦਾ ਕਾਨੂੰਨ ਬਣ ਜਾਂਦਾ ਹੈ ਤਾਂ ਕੀ ਜਿਹੜੀ ਕਿਸਾਨੀ ਹੈਗੀ ਹੈ ਸੁਧਰ ਜੂਗੀ, ਕਿਸਾਨਾਂ ਦਾ ਹਾਲ ਸੁਧਰ ਜੂਗਾ? ਦੇਖੋ ਜੀ, ਘੱਟੋ ਘੱਟ ਸਮਰਥਨ ਮੁੱਲ ਤੇ ਸਾਨੂੰ ਇਹ ਪਤਾ ਲੱਗੂ ਵੀ ਅਸੀਂ ਆਹ ਫਸਲ ਬੀਜੀ ਹੈ ਤੇ ਇਹ ਵਿਕੂਗੀ। ਅੱਜ ਸਾਨੂੰ 7000 ਰੁਪਇਆ ਹਰਿਆਣਾ ਸਰਕਾਰ ਨੇ ਕਿਹਾ ਵੀ ਝੋਨਾ ਨਾ ਬੀਜੋ, ਅਸੀਂ 7000 ਰੁਪਇਆ ਦਿਆਂਗੇ, ਨਰਮਾ ਬੀਜ ਲਓ। ਇੱਕ ਵੀ ਕਿਸਾਨ ਨੂੰ 5 ਪੈਸੇ ਨਹੀਂ ਦਿੱਤੇ। ਡਾਈਵਰਸੀਫਿਕੇਸ਼ਨ ਦੇ ਨਾਂ ਤੇ ਸਰਕਾਰ ਸਾਨੂੰ ਲੁੱਟਣਾ ਚਾਹੁੰਦੀ ਹੈ। ਪਿਛਲੇ ਸਾਲ ਮੱਕੀ ਬਜਾਈ, ਉਹ ਨਹੀਂ ਖਰੀਦੀ, ਸੂਰਜਮੁਖੀ ਦੀ ਖਰੀਦ ਨਹੀਂ ਹੁੰਦੀ। ਜੇ ਦੂਜੀਆਂ ਫਸਲਾਂ ਦੀ ਖਰੀਦ ਸ਼ੁਰੂ ਹੋ ਜੇ, ਸਾਨੂੰ ਜਿਹੜੀ ਫਸਲ 'ਚ ਪੜਤਾ ਅਸੀਂ ਬੀਜਾਂਗੇ, ਜਿਹੜੇ 'ਚ ਨਹੀਂ ਪੜਤਾ ਉਹ ਨਹੀਂ ਬੀਜਾਂਗੇ। ਅਸੀਂ ਕਣਕ ਕਿਉਂ ਬੀਜਾਂਗੇ? ਸਾਨੂੰ ਸਰੋਂ 'ਚ ਪੜਤਾ ਹੈ, ਅਸੀਂ ਛੋਲਿਆਂ 'ਚ ਪੜਤਾ, ਅਸੀਂ ਛੋਲੇ ਬੀਜਾਂਗੇ, ਦਾਲਾਂ ਬੀਜਾਂਗੇ। ਇਹ ਦਾਲਾਂ ਕਰੋੜਾਂ ਰੁਪਈਆਂ ਦੀਆਂ ਬਾਹਰੋਂ ਮੰਗਾਉਂਦੇ ਆ। ਐਮਐਸਪੀ ਜੇ ਹੋਵੇ ਤੇ ਬਾਹਰੋਂ ਮੰਗਾਉਣ ਦੀ ਕੀ ਜ਼ਰੂਰਤ ਹੈ? ਅਸੀਂ ਇੱਥੇ ਦਾਲਾਂ ਪੈਦਾ ਕਰਕੇ ਦੇਣ ਨੂੰ ਕਿਸਾਨ ਤਿਆਰ ਹੈ। ਐਮਐਸਪੀ ਗਰੰਟੀ ਕਾਨੂੰਨ ਦੇਵੇ ਸਰਕਾਰ, ਸਾਰੀਆਂ ਸਟੇਟਾਂ 'ਚ ਦੇਵੇ ਤੇ ਸਭ ਨੂੰ ਫਾਇਦਾ ਹੋਊਗਾ, ਬਿਲਕੁਲ ਹੋਊਗਾ। ਪਰ ਸਰਕਾਰ ਦੀ ਨੀਅਤ ਨਹੀਂ। ਨੰਬਰ 2, ਉਹ ਪੈਸਾ ਸਰਕਾਰ ਦੀ ਜੇਬ 'ਚੋਂ ਨਹੀਂ ਲੱਗਣਾ। ਸਰਕਾਰ ਨੇ ਸਿਰਫ ਉਸ ਨੂੰ 2 ਜਾਂ 4 ਮਹੀਨਿਆਂ ਵਾਸਤੇ ਗਡਾਊਨ 'ਚ ਵਿੱਚ ਰੱਖਣਾ ਹੈ, ਔਰ ਗਡਾਊਨ ਤੋਂ ਬਾਅਦ ਤਾਂ ਵਿਕਣਾ ਹੈ, ਔਰ ਨਫਾ ਨਾਲ ਵੇਚ ਸਕਦੀ ਹੈ ਸਰਕਾਰ, ਔਰ ਕੰਟਰੋਲ ਵੀ ਰਹਿ ਸਕਦਾ ਰੇਟਾਂ ਤੇ, ਭਾਵਾਂ ਤੇ ਕੰਟਰੋਲ ਵੀ ਰਹਿ ਸਕਦਾ। ਅੱਜ ਪ੍ਰਾਈਵੇਟ ਹੱਥਾਂ 'ਚ ਜਾਂਦੀ ਰਹੀ, ਸਾਤੋਂ ਜਿਹੜੀ 10 ਰੁਪਈਆਂ ਦੀ ਚੀਜ਼ ਖਰੀਦਣਗੇ 100 ਰੁਪਏ ਦੀ ਵੇਚਣਗੇ ਪ੍ਰਾਈਵੇਟ ਵਾਲੇ। ਇਹ ਵੀ ਸਾਨੂੰ ਦਿਖਦਾ। ਪਰ ਉਹਨਾਂ ਦਾ ਅਸਰ ਕਿਤੇ ਪਊ? ਗਰੀਬਾਂ ਤੇ ਪਊਗਾ, ਆਮ ਜਨਤਾ ਤੇ ਪਊਗਾ। ਉਦੋਂ ਸਰਕਾਰ ਕਿੱਥੇ ਜਾਊਗੀ? ਸਰਕਾਰ ਅਗਰ ਜੇ ਸਰਕਾਰ ਦੀ ਨੰਬਰ 2 ਦੇ ਉੱਤੇ, 3 ਦੇ ਉੱਤੇ ਜੇ ਲੋਕ 80 ਰੁਪਏ ਪੈਟਰੋਲ ਖਰੀਦ 100 ਰੁਪਏ ਪੈਟਰੋਲ ਖਰੀਦ ਸਕਦੇ, 80 ਰੁਪਏ ਡੀਜ਼ਲ ਖਰੀਦ ਸਕਦੇ ਆ, ਤੇ ਕਣਕ 70 ਰੁਪਏ ਕਿਉਂ ਨਹੀਂ ਖਰੀਦ ਸਕਦੇ? ਝੋਨਾ ਕਿਉਂ ਨਹੀਂ ਖਰੀਦ ਸਕਦੇ? ਚਾਵਲ ਕਿਉਂ ਨਹੀਂ ਖਰੀਦ ਸਕਦੇ? ਪੇਟ ਭਰਨ ਵਾਸਤੇ, ਜਿਹੜੀ ਮਸ਼ੀਨਰੀ ਤੇ ਐਸ਼ ਗ੍ਰਸਤੀ ਵਾਸਤੇ ਜਿਹੜੇ ਲੋਕ ਪੈਸਾ ਡਾਈ ਜਾਂਦੇ ਨੇ। ਪਾਟੀ ਸਾਹਿਬ, ਫਿਰ ਉਹਦੇ ਨਾਲ ਤਾਂ ਮਹਿੰਗਾਈ ਹੋਰ ਵੱਧ ਜੂਗੀ ਨਾ। ਜੇ 70 ਰੁਪਏ ਆਟਾ ਹੋ ਜਾਊਗਾ ਜਾਂ 100 ਰੁਪਏ ਜੇ ਤੁਸੀਂ ਕਹਿੰਦੇ ਹੋ ਚੌਲ ਹੋ ਜਾਣਗੇ, ਤੇ ਉਹਦੇ ਨਾਲ ਤਾਂ ਮਹਿੰਗਾਈ, ਜਿਹੜਾ ਆਮ ਬੰਦਾ ਹੈ ਜਿਹੜਾ 250 ਰੁਪਇਆ ਦਿਹਾੜੀ ਕਰਦਾ ਹੈ, ਉਹ ਫਿਰ ਆਪਦਾ ਢਿੱਡ ਕਿਵੇਂ ਭਰੂਗਾ? ਬਿਲਕੁਲ, ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ। ਪਰ ਜਦੋਂ ਸਾਡੀ ਕਣਕ 7000 ਰੁਪਏ ਵਿਕੀ ਨਾ, ਤੇ ਦਿਹਾੜੀਏ ਦੀ ਦਿਹਾੜੀ 1000 ਰੁਪਏ ਤੋਂ ਘੱਟ ਨਹੀਂ ਰਹਿੰਦੀ। ਕੰਮ ਕਰਨ ਵਾਲੇ ਦੀ ਉਨੀ ਵਧੂਗੀ। ਸਾਨੂੰ ਵੀ ਪਤਾ ਹੈ ਐਮਐਸਪੀ ਦੇ ਨਾਲ ਜੇ ਇਨਪੁਟਸ ਦੇ ਰੇਟ ਵੱਧ ਜਾਣਗੇ ਤੇ ਸਾਡਾ ਤਾਂ ਮੰਜੀ ਉੱਥੇ ਰਹਿਣੀ ਹੈ ਨਾ, ਸਾਡੀ ਮੰਜੀ ਅੱਗੇ ਪਿੱਛੇ ਨਹੀਂ ਹੋਣੀ। ਇਨਪੁਟਸ ਦੇ ਰੇਟ ਅਗਰ ਸਾਡੇ ਕੰਟਰੋਲ ਰਹਿੰਦੇ ਤਾਂ ਅਸੀਂ, ਡਾਕਟਰ ਜੌਹਲ ਨੇ ਗਲਤ ਨਹੀਂ ਲਿਖਿਆ, ਸਾਨੂੰ ਸੂਚਕਾਂਕ ਦੇ ਨਾਲ ਜੋੜਿਆ ਜਾਵੇ। ਸੂਚਕਾਂਕ ਨਾਲ ਤਾਂ ਨਹੀਂ ਜੁੜ ਰਹੇ। ਅਗਰ ਸੂਚਕਾਂਕ ਦੇ ਨਾਲ, ਜਿਵੇਂ ਮਹਿੰਗਾਈ ਦੂਜੀ ਵਧੀ ਹੈ, ਉਹ ਸਾਡੀ 29% ਇਨਕਮ बढ़ी ਹੈ, ਕਰਮਚਾਰੀਆਂ ਦੀ 300% ਤੱਕ ਵੱਧ ਗਈ, ਕਾਰਪੋਰੇਟ ਘਰਾਂ ਦੀ 1000 ਗੁਣਾ ਤੱਕ ਵੱਧ ਗਈ, ਮਜ਼ਦੂਰੀ ਵੀ 70 ਨਾਲੋਂ 150 ਗੁਣਾ बढ़ी ਹੈ। ਪਾਟੀ ਸਾਹਿਬ, ਫਿਰ ਇਹ ਜਿਹੜਾ ਸੰਘਰਸ਼ ਹੋਇਆ, ਇਹ ਫਿਰ ਕਿਸਾਨਾਂ ਦੇ ਤਾਂ ਨਹੀਂ ਹੋਇਆ ਨਾ? ਇਹ ਤਾਂ ਅਸੀਂ ਕਿਸਾਨ ਹੈ ਜਿਹੜੇ, ਇਹ ਮਜ਼ਦੂਰਾਂ ਦੇ ਵਾਸਤੇ ਸੰਘਰਸ਼ ਕਰ ਰਹੇ ਹਾਂ। ਦੇਖੋ ਜੀ, ਅਸੀਂ ਬੱਚੇ ਵਾਸਤੇ ਕਰ ਰਹੇ ਹਾਂ, ਇਕੱਲਾ ਮਜ਼ਦੂਰ ਨਹੀਂ। ਮਜ਼ਦੂਰ ਦੇ ਵਾਸਤੇ ਤਾਂ ਬਹੁਤ ਵੱਡਾ ਸਾਡੇ ਨਾਲ ਜੁੜਿਆ ਹੋਇਆ ਮਜ਼ਦੂਰ ਤੇ ਕਿਸਾਨ ਇੱਕੋ ਹੀ ਚੀਜ਼ ਹੈ। ਮਜ਼ਦੂਰ ਦੇ ਨਾਲ ਜਿਹੜਾ ਵਪਾਰੀ ਵਰਗ ਬੈਠਾ ਮੰਡੀਆਂ ਦੇ ਵਿੱਚ, ਇਹਨਾਂ ਵਾਸਤੇ ਵੀ ਸਾਡਾ ਸੰਘਰਸ਼ ਹੈ। ਜਿਹੜੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਛੋਟੇ ਵਪਾਰੀ ਹੈ, ਇਹਨਾਂ ਦੇ ਨਾਲ ਵੀ ਸਾਡੀ ਲੜਾਈ ਸਿਰਫ ਕਾਰਪੋਰੇਟ ਦੇ ਵੱਡੇ 5-7 ਘਰਾਣੇ ਦੇ ਨਾਲ ਹੈ, ਜਿਨ੍ਹਾਂ ਨੂੰ ਲੁੱਟ ਕੇ ਸਾਡਾ ਧਨ ਮੋਦੀ ਸਿੱਧਾ ਦੇ ਰਿਹਾ ਹੈ। ਤੁਹਾਨੂੰ ਇੱਥੇ ਡੱਬ ਵਾਲੀ ਜੇ ਲੋਕਲ ਦੀ ਗੱਲ ਕਰੀਏ ਤਾਂ ਜਿਹੜੇ ਛੋਟੇ ਕਾਰੋਬਾਰੀ ਨੇ ਜਾਂ ਛੋਟੇ ਜਿਹੜੇ ਪੂੰਜੀਪਤੀ ਨੇ, ਉਹ ਸਾਥ ਦੇ ਰਹੇ ਨੇ ਤੁਹਾਡੇ ਸੰਘਰਸ਼ ਦੇ ਵਿੱਚ? ਉਹ ਬਹੁਤ ਵੱਡਾ ਸਾਥ ਤੇ ਸਹਿਯੋਗ ਇੱਥੋਂ ਲੱਗ ਕੇ ਦਿੱਲੀ ਤੱਕ ਦੇ ਲੋਕ ਦੇ ਰਹੇ। ਔਰ ਦਿੱਲੀ ਦੇ ਵਿੱਚ ਜਿਹੜਾ ਸਾਡਾ ਸਵਾਗਤ 26 ਜਨਵਰੀ ਨੂੰ ਲੋਕਾਂ ਨੇ ਕੀਤਾ, ਸਾਡੀਆਂ ਵੇਖ ਕੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਸੀ ਵੀ ਅਸੀਂ ਇੰਨੇ ਸਵਾਗਤ ਦੇ ਯੋਗ ਸਾਂ। ਪਰ ਉਹ ਆਖਦੇ ਸੀ ਅਸੀਂ ਦੁਖੀ ਬੜੇ ਹਾਂ ਸਰਕਾਰ ਤੋਂ। ਇਹਦੇ ਕਰਕੇ ਸਰਕਾਰ ਆਦੀ ਸਾਨੂੰ ਵੋਟਾਂ ਮਿਲਦੀਆਂ, ਵੋਟਾਂ ਨਹੀਂ ਮਿਲਦੀਆਂ, ਮਸ਼ੀਨਾਂ 'ਚੋਂ ਨਿਕਲੇ ਜਾਨਵਰ ਹੈ, ਸਰਕਾਰ ਹੈ ਨਹੀਂ, ਔਰ ਸਾਡੇ ਤੇ ਜ਼ੁਲਮ ਕਰ ਰਹੇ ਹੈ। ਅੱਛਾ ਪਾਟੀ ਸਾਹਿਬ, ਇੱਕ ਲਾਸਟ ਸਵਾਲ ਤੁਹਾਡੇ ਤੋਂ। ਜਦੋਂ 26 ਜਨਵਰੀ ਇਹਨੂੰ ਅਸੀਂ ਲਾਲ ਕਿਲ੍ਹੇ ਤੇ ਗਏ, ਲਾਲ ਕਿਲ੍ਹੇ ਤੇ ਜਾ ਕੇ ਝੰਡਾ ਚਲਾਇਆ, ਤੇ ਜਿਹੜੀ ਨੈਸ਼ਨਲ ਮੀਡੀਆ ਹੈ ਉਹਨਾਂ ਨੇ ਇਹ ਪ੍ਰੋਪੋਗੰਡਾ ਕਰਤਾ, ਤੇ ਸਾਡੇ ਲੀਡਰ ਆਪ ਪਿੱਛੇ ਬੈਕਫੁੱਟ ਤੇ ਜਾ ਵੜੇ। ਜੇ ਅਸੀਂ ਉੱਥੇ ਕਿਤੇ ਬਾਈ ਨਵਰੀਤ ਸਿੰਘ ਸ਼ਹਾਦਤ ਹੋਈ, ਉਹਦੇ ਗੋਲੀ ਵੱਜੀ ਪੁਲਿਸ ਦੀ, ਤੇ ਉਹਦੀ ਪੋਸਟਮਾਰਟਮ ਵੀ ਆ ਗਈ ਹੁਣ ਤਾਂ। ਤੇ ਜੇ ਆਪਣੇ ਲੀਡਰ ਤੇ ਜੇ ਸਾਡੀ ਮੀਡੀਆ ਤਾਂ ਖੈਰ ਗੱਲ ਕਰ ਰਹੀ ਸੀ, ਜੇ ਲੀਡਰ ਉੱਦਾਂ ਆਹ ਗੱਲ ਕਰਦੇ ਵੀ ਸਾਡਾ ਮੁੰਡਾ ਤੁਸੀਂ ਮਾਰਤਾ, ਅਸੀਂ ਤਾਂ ਉੱਥੇ ਜਾ ਕੇ ਕੁਝ ਵੀ ਨਹੀਂ ਕੀਤਾ, ਤਾਂ ਕੀ ਲੱਗਦਾ ਹੈ ਅਸੀਂ ਉਹਦੇ ਵੱਡੀ ਜਿੱਤ ਉੱਦਾਂ ਹੀ ਹੋ ਜਾਂਦੀ ਸਾਡੀ? ਨਵਰੀਤ ਵਾਸਤੇ ਸਭ ਨੂੰ ਦੁੱਖ ਹੈ। ਮੇਰੇ ਦੋਸਤ ਦਾ ਲੜਕਾ ਸੀ, ਪੋਤਰਾ ਸੀ, ਪਰ ਅਸੀਂ ਉਸ ਦੇ ਵਿੱਚ ਜੋ ਆਦੇਸ਼ 40 ਮੈਂਬਰੀ ਕਮੇਟੀ ਨੇ ਦਿੱਤੇ ਸੀ, ਪਹਿਲੇ ਅਸੀਂ 5 ਐਜੀਟੇਸ਼ਨਾਂ ਜੋ ਕੀਤੀਆਂ ਬਹੁਤ ਵਧੀਆ ਰਹੀਆਂ। ਉਸ ਤੋਂ ਜਦੋਂ ਮੁੰਡਿਆਂ ਨੇ ਬਾਹਰ ਪੈਰ ਧਰਿਆ,
ਦਿਲ ਸਾਡਾ ਵੀ ਦੁਖਿਆ। ਲਾਲ ਕਿਲੇ ਤੇ ਝੰਡਾ ਚੜਾਉਣ ਦੇ ਨਾਲ ਅਸੀਂ ਕੋਈ ਦਿੱਲੀ ਤੇ ਜਾਂ ਹਿੰਦੁਸਤਾਨ ਤੇ ਕਬਜ਼ਾ ਨਹੀਂ ਕਰ ਸਕਦੇ ਸੀ। ਇੱਕ ਮੁੰਡਿਆਂ ਦਾ ਮਾਣ ਸੀ ਵੀ ਅਸੀਂ ਲਾਲ ਕਿਲੇ ਤੇ ਝੰਡਾ ਚੜਾਉਣਾ ਹੈ। ਅਸੀਂ ਲੜਾਈ ਲੜਨ ਗਏ ਹਾਂ ਆਪਣੇ 3 ਕਾਨੂੰਨ ਵਾਪਸ ਕਰਾਉਣੇ। ਨਹੀਂ ਪਰ ਪਾਟੀ ਦਿੱਲੀ ਤੇ ਕਬਜ਼ਾ ਕਰਨ ਦੀ ਨਹੀਂ ਨਹੀਂ ਪਾਟੀ ਸਾਹਿਬ ਕਬਜ਼ਾ ਨਹੀਂ, ਲੇਕਿਨ ਜਿਹੜੀਆਂ ਸਟੇਟਮੈਂਟਾਂ ਸੀ ਉਹ ਤਾਂ ਲੀਡਰਾਂ ਦੀਆਂ ਸੀ ਨਾ ਕਿ ਅਸੀਂ ਲਾਲ ਕਿਲੇ ਤੇ ਜਾਣਾ ਹੈ, ਅਸੀਂ ਲਾਲ ਕਿਲੇ ਤੇ ਝੰਡਾ ਲਾ ਦਿਆਂਗੇ, ਅਸੀਂ ਮੋਦੀ ਦੀ ਹਿੱਕ ਤੇ ਟਰੈਕਟਰ ਚੜਾ ਦਿਆਂਗੇ। ਇਹ ਬਿਆਨ ਤਾਂ ਲੀਡਰਾਂ ਦੇ ਸੀ ਨਾ ਜੀ। ਫਿਰ ਜਿਹੜਾ ਯੂਥ ਆ ਉਹਨੂੰ ਕਿਉਂ ਭੰਡਿਆ ਗਿਆ? ਨਹੀਂ, ਭੰਡਿਆ ਨਹੀਂ ਗਿਆ ਉਹਨੂੰ, ਪਰ ਜਦੋਂ ਸਾਨੂੰ ਆਦੇਸ਼ ਹੋ ਗਏ ਵੀ ਤੁਸੀਂ ਇਸ ਸੜਕ ਤੋਂ ਇਸ ਸੜਕ ਤੱਕ ਜਾਣਾ ਹੈ, ਸਾਨੂੰ ਜਗ੍ਹਾ ਮਿਲ ਗਈ, ਸਾਨੂੰ ਸਾਰਾ ਕੁਝ ਹੋ ਗਿਆ, ਅਸੀਂ ਉੱਥੋਂ ਤੱਕ ਕੰਟਰੋਲ 'ਚ ਰਹਾਂਗੇ। ਕੋਈ ਵੀ ਜੰਗ ਹੈ ਉਹ ਲੜਨ ਵਾਸਤੇ ਜਦੋਂ ਜਰਨੈਲ ਦੇ ਕਹੇ ਤੋਂ ਬਾਹਰ ਅਸੀਂ ਜਾਵਾਂਗੇ ਨਾ, ਉਦੋਂ ਜੰਗ ਜਿੱਤੀ ਨਹੀਂ ਜਾਂਦੀ, ਉਹ ਜੰਗ ਅਸੀਂ ਹਾਰ ਜਾਂਦੇ ਹਾਂ। ਇੱਕ ਨਹੀਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਓ, ਕੋਈ ਹੋਰ ਰਾਜ ਦੇਖ ਲਓ, ਜਿਨ੍ਹਾਂ ਨੇ ਜਰਨੈਲਾਂ ਦਾ ਕਹਿਣਾ ਨਹੀਂ ਮੰਨਿਆ, ਫੌਜਾਂ ਨੇ ਬਗਾਵਤ ਕੀਤੀ ਹੈ, ਉਹ ਬਗਾਵਤ ਦੇ ਵਿੱਚ ਉਹਨਾਂ ਨੂੰ ਹਾਰ ਦੇ ਝੰਡੇ ਚਲਾਉਣੇ ਪਏ ਆ, ਉਹ ਹਾਰ ਕੇ ਆਏ ਆ। ਅਸੀਂ ਉਸ ਦੀ ਫੇਰ ਅਪੀਲ ਕਰਦੇ ਹਾਂ, ਸ਼ਾਂਤੀ ਬਣਾ ਕੇ ਰੱਖਣਾ। ਸ਼ਾਂਤੀ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਹੈ, ਇਹ ਅੰਦੋਲਨ ਸਾਡਾ ਦੁਨੀਆ ਦੇ ਵਿੱਚ ਫੈਲ ਚੁੱਕਿਆ, ਔਰ ਇਸ ਅੰਦੋਲਨ ਨੂੰ ਬਹੁਤ ਵੱਡਾ ਸਹਾਰਾ ਦੁਨੀਆ ਦੇ ਕੋਨੇ-ਕੋਨੇ 'ਚੋਂ ਮਿਲ ਰਿਹਾ। ਅੱਜ ਇਕੱਲੀ ਡੱਬ ਵਾਲੀ ਸ਼ਹਿਰ 'ਚ ਜੋ ਛੋਟੇ ਵਪਾਰੀ ਜਾਂ ਹਿੰਦੁਸਤਾਨ 'ਚੋਂ ਨਹੀਂ, ਅੱਜ ਦੁਨੀਆ ਦੇ ਸਾਰੇ ਦੇਸ਼ ਸਾਡੇ ਨਾਲ ਖੜੇ ਆ ਔਰ ਸ਼ਾਂਤੀ ਕਰਕੇ ਖੜੇ ਆ। ਜਿੱਦੇ ਅਸੀਂ ਇਸ ਸ਼ਾਂਤੀ ਨੂੰ ਭੰਗ ਕਰਤਾ, ਉਹਦੇ ਸਾਡੀ ਕੋਈ ਹਮਾਇਤ 'ਚ ਨਹੀਂ ਖੜੂਗੀ। ਅੱਛਾ ਪਾਟੀ ਸਾਹਿਬ, ਲਾਸਟ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਜਿਹੜੀ ਮਹਾ ਪੰਚਾਇਤ ਜਿਹੜਾ ਅੱਜ ਦਾ ਮੁੱਦਾ ਸਾਡਾ, ਮਹਾ ਪੰਚਾਇਤ ਜਿਹੜੀ ਖੂਹੀਆਂ ਮਲਕਾਣਾ ਟੋਲ ਪਲਾਜ਼ੇ ਤੇ ਹੋ ਰਹੀ ਹੈ, ਉਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ? ਜਿੰਨੀਆਂ ਵੀ ਮਹਾ ਪੰਚਾਇਤਾਂ ਹੋ ਰਹੀਆਂ ਬਹੁਤ ਸੁੰਦਰ ਢੰਗ ਨਾਲ ਹੋ ਰਹੀਆਂ ਔਰ ਬੜੇ ਤਰੀਕੇ ਦੇ ਨਾਲ ਹੋ ਰਹੀਆਂ, ਔਰ ਬਹੁਤ ਹੀ ਪ੍ਰਚਾਰ ਦਾ ਬੜਾ ਇੱਕ ਸਾਡਾ ਸਾਧਨ ਹੈ। ਔਰ ਉਸ ਪ੍ਰਚਾਰ ਦੇ ਸਾਧਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਨੇਤਾ ਇਹ ਪਹੁੰਚ ਰਹੇ ਆ। ਜਿਹੜੀ ਖੂਹੀਆਂ ਟੋਲ ਪਲਾਜ਼ਾ ਦੇ ਉੱਤੇ 21 ਤਰੀਕ ਨੂੰ 11 ਵਜੇ ਸਾਡੀ ਇਹ ਸਟਾਰਟਿੰਗ ਹੋ ਜਾਣੀ ਹੈ। ਕਿਸਾਨ ਪੰਚਾਇਤ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕਰਦਾ, ਹਰ ਬੱਚਾ ਉਸ ਦੇ ਵਿੱਚ ਪਹੁੰਚੇ। ਆਉਣ ਵਾਲੇ ਨੇਤਾਵਾਂ ਦੇ ਵਿਚਾਰ ਜਿਹੜਾ ਦਿੱਲੀ ਨਹੀਂ ਪਹੁੰਚ ਸਕਦਾ, ਉਹ ਘੱਟੋ ਘੱਟ ਇੱਥੇ ਜ਼ਰੂਰ ਸੁਣੇ ਔਰ ਉਹਨਾਂ ਵਿਚਾਰਾਂ ਨੂੰ ਸੁਣ ਕੇ ਗ੍ਰਹਿਣ ਕਰੇ। ਗ੍ਰਹਿਣ ਤੋਂ ਬਾਅਦ ਉਹ ਦਿੱਲੀ ਬਾਰਡਰਾਂ ਤੇ ਪਹੁੰਚੇ। ਆਉਣ ਵਾਲੀ 23 ਤਰੀਕ ਨੂੰ ਤੁਹਾਡੇ ਵਰਗੀਆਂ ਪੀੜੀਆਂ ਪੱਗਾਂ ਬੰਨ੍ਹ ਕੇ ਨੌਜਵਾਨ ਦਿੱਲੀ ਦੇ ਬਾਰਡਰਾਂ ਤੇ ਖੜੇ ਹੋਣ, ਜਿਵੇਂ ਬੀਬੀਆਂ ਖੜੀਆਂ ਸੀ ਨਾ, ਜਾ ਕੇ ਮੋਦੀ ਦੀਆਂ ਪੈਰ ਹਿਲਾ ਤੇ ਹੱਥ ਕੰਮਣ ਲੱਗ ਪਏ ਵੀ ਇਹ ਕਿ ਅਸੀਂ ਤਾਂ ਆਦੇ ਸੀ ਮੋਰਚਾ ਖਿੰਡ ਗਿਆ, ਮੋਰਚੇ ਤੇ ਵੀ ਇਕੱਠ ਹੈ ਨਹੀਂ, ਮੋਰਚੇ ਤੇ ਸੱਦਿਆ ਨਹੀਂ ਗਿਆ। ਹੁਣ 23 ਮਾਰਚ ਨੂੰ ਸੱਦਿਆ, ਨੌਜਵਾਨਾਂ ਨੂੰ ਦੇਖਿਓ ਲੱਖਾਂ ਦੀ ਗਿਣਤੀ 'ਚ ਪਹੁੰਚਣਗੇ। ਬੀਬੀਆਂ ਨੂੰ 8 ਮਾਰਚ ਦਾ ਦਿਨ ਦਿੱਤਾ ਸੀ, ਲੱਖਾਂ ਦੀ ਗਿਣਤੀ 'ਚ ਪਹੁੰਚੀਆਂ। ਔਰ ਜਿਹਦੇ 'ਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਰਿਹਾ ਉਗਰਾਹਾਂ, ਜੋਗਿੰਦਰ ਸਿੰਘ ਉਗਰਾਹਾਂ ਦਾ ਰਿਹਾ। ਉਹਨਾਂ ਦੇ 70,000 ਬੀਬੀਆਂ ਇਕੱਲੀਆਂ ਉਹਨਾਂ ਦੀ ਸਟੇਜ ਦੇ ਉੱਤੇ ਬੈਠੀਆਂ ਸੀ। ਇਹ ਜਿਹੜੇ ਵੱਡੇ ਯੋਗਦਾਨ ਹੈ ਲੋਕ ਸਾਡੀ ਕਿਸਾਨਾਂ ਦੀ ਆਵਾਜ਼ ਤੇ, ਕਿਸਾਨ ਨੇਤਾਵਾਂ ਦੀ ਆਵਾਜ਼ ਤੇ ਅਜੇ ਤੱਕ ਉੱਥੋਂ ਤੱਕ ਪਹੁੰਚਦੇ ਔਰ ਪਹੁੰਚਦੇ ਰਹਿਣਗੇ। ਚਾਹੇ 2024 ਤੱਕ ਬੈਠਣਾ ਪੈ ਜੇ, ਕਾਨੂੰਨ ਵਾਪਸ ਹੋਣਗੇ, ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਡਾਕਟਰ ਸਵਾਮੀਨਾਥਨ ਆਯੋਗ ਦੀ ਰਿਪੋਰਟ ਲਾਗੂ ਕਰਨੀ ਹੈ, ਅਸੀਂ ਤਿਆਰ ਹਾਂ। ਧੰਨਵਾਦ ਪਾਟੀ ਸਾਹਿਬ ਤੁਹਾਡਾ। ਤੁਸੀਂ ਜਿਹੜੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਬੱਚਾ ਜਿਹੜਾ ਕਿਸਾਨ ਮਹਾ ਪੰਚਾਇਤ ਹੈ ਉੱਥੇ ਪਹੁੰਚੇ, ਤੇ ਨਾਲ ਹੀ ਤੁਸੀਂ ਜਿਹੜਾ ਕਿਹਾ ਹੈ ਕਿ ਜਿਹੜਾ ਇਹ ਕਾਨੂੰਨ ਹੈ ਇਹ ਵਾਪਸ ਕਰਾ ਕੇ ਤੇ ਸਵਾਮੀਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕਰਾ ਕੇ ਹੀ ਕਿਸਾਨ ਮੁੜਨਗੇ, ਚਾਹੇ 2024 ਤੱਕ ਸਾਨੂੰ ਕਿਉਂ ਨਾ ਬੈਠਣਾ ਪਵੇ। ਤੇ ਯੂਥ ਤੁਹਾਡੇ ਨਾਲ ਹੈ, ਤੁਸੀਂ ਵਰਕ ਕਰ ਰਹੇ ਹੋ, ਤੇ ਅੱਜ ਡੱਬ ਵਾਲੀ ਦੇ ਵਿੱਚੋਂ ਵੱਡਾ ਹੰਗਾਰਾ ਜਿਹੜਾ ਮਿਲ ਰਿਹਾ। ਤੇ ਇੱਕ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜੇ ਲੋਕ ਹਲੇ ਤੱਕ ਦਿੱਲੀ ਨਹੀਂ ਗਏ ਉਹ ਉੱਥੇ ਜ਼ਰੂਰ ਆਉਣ, ਕਿਸਾਨ ਮਹਾ ਪੰਚਾਇਤਾਂ 'ਚ ਜ਼ਰੂਰ ਜਾਣ, ਤਾਂ ਕਿ ਉਹਨਾਂ ਨੂੰ ਜਿਹੜੇ ਕਾਨੂੰਨ ਹੈ ਉਹਨਾਂ ਦੀ ਅਸਲੀਅਤ ਦਾ ਪਤਾ ਜ਼ਰੂਰ ਲੱਗ ਸਕੇ। ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਬਲਕਰਨ ਸਿੰਘ ਡੱਬ ਵਾਲੀ, ਸਾਡਾ TV USA।